ਆਦਿ ਗੁਰੂ ਸਭ ਜਗਤ ਕਾ ਵਾਲਮੀਕ ਮਹਾਰਾਜ ਸਭ ਸਿਰ ਸਾਈਂ ਏਕ ਗੁਰੂ ਗਰੀਬ ਨਵਾਜ। ਸਤਨਾਮ ਸ੍ਰੀ ਗੁਰੂ ਵਾਲਮੀਕ ਮਹਾਰਾਜ ਜੀਓ। ਗੁਰਬਾਣੀ ਫਰਮਾਨ ਕਰਦੀ ਹੈ, ਅੰਮ੍ਰਿਤ ਬਾਣੀ ਦਾ ਫਰਮਾਨ ਹੈ। ਭਗਵਾਨ ਵਾਲਮੀਕ ਮਹਾਰਾਜ ਜੀ ਆਪਣੇ ਦਰ ਪਰ ਆਈਆਂ ਸੰਗਤਾਂ ਨੂੰ ਇਸ ਤਰ੍ਹਾਂ ਦੇ ਉਪਦੇਸ਼ ਦਿੰਦੇ ਸਨ ਕਿ ਜਿਹੜੀਆਂ ਇਸਤਰੀਆਂ ਆਪਣੇ ਪਤੀ ਜਾਂ ਸੱਸ ਸਹੁਰੇ ਦੀ ਸੇਵਾ ਨੂੰ ਛੱਡ ਕੇ ਮੇਰੇ ਦਰਬਾਰ ਦੇ ਵਿੱਚ ਹਾਜ਼ਰ ਹੁੰਦੀਆਂ ਹਨ ਤੇ ਗੁਰਬਾਣੀ ਸੁਣਦੀਆਂ ਹਨ, ਉਹਨਾਂ ਇਸਤਰੀਆਂ ਦੀ ਸੇਵਾ ਸੱਚਖੰਡ ਦੇ ਵਿੱਚ ਪ੍ਰਵਾਨ ਨਹੀਂ ਕੀਤੀ ਜਾਵੇਗੀ। ਉਹਨਾਂ ਇਸਤਰੀਆਂ ਦੀ ਸੇਵਾ ਇਸ ਤਰ੍ਹਾਂ ਕੀਤੀ ਨਿਸਫਲ ਚਲੀ ਜਾਵੇਗੀ ਜਿਸ ਤਰ੍ਹਾਂ ਬਿਆੜ ਦਾ ਬੂਟਾ ਨਿਸਫਲ ਚਲਾ ਜਾਂਦਾ ਹੈ। ਜੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ ਤਾਂ ਪਹਿਲਾਂ ਆਪਣੇ ਪਤੀ ਜੀ ਤੋਂ ਆਗਿਆ ਲੈਣੀ ਹੈ। ਜੇ ਪਤੀ ਖੁਸ਼ ਹੋ ਕੇ ਆਗਿਆ ਦੇਵੇ ਤਾਂ ਸੇਵਾ ਸਫਲ ਹੋਵੇਗੀ। ਜੇ ਕੋਈ ਜਿੱਦ ਕਰਕੇ ਆਗਿਆ ਲਈ ਹੈ ਫਿਰ ਸੇਵਾ ਦਾ ਕੋਈ ਵੀ ਫਲ ਨਹੀਂ ਹੋਵੇਗਾ। ਭਾਰਦਵਾਜ ਜੀ ਦਾ ਬਚਨ ਹੈ ਕਿ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਸਭ ਇਸਤਰੀਆਂ ਨੂੰ ਇਹ ਹੁਕਮ ਹੈ, ਆਪਣੇ ਪਤੀ ਜੀ ਦੀ ਆਗਿਆ ਤੋਂ ਬਿਨਾਂ ਕੋਈ ਕੰਮ ਨਾ ਕਰੋ। ਤੁਹਾਡੀ ਸੇਵਾ ਤਾਂ ਸਫਲ ਹੋਵੇਗੀ, ਆਗਿਆ ਤੋਂ ਬਾਹਰ ਹੋ ਕੇ ਸਭ ਆਸਾਂ ਅਧੂਰੀਆਂ ਜਾਣਗੀਆਂ। ਭਗਵਾਨ ਵਾਲਮੀਕ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸਦਾ ਸਤ ਜਾਣੋ ਕਿ ਇਸਤਰੀਆਂ ਦੇ ਵਾਸਤੇ ਸੱਸ ਸਹੁਰਾ ਭਗਵਾਨ ਦਾ ਸਰੂਪ ਹੁੰਦੇ ਹਨ, ਆਪਣਾ ਪਤੀ ਪਰਮਾਤਮਾ ਦਾ ਰੂਪ ਹੁੰਦਾ ਹੈ। ਜੇ ਇਸਤਰੀ ਆਪਣੇ ਤਨੋਂ ਮਨੋਂ ਹੋ ਕੇ ਆਪਣੇ ਸੱਸ ਸਹੁਰੇ ਤੇ ਪਤੀ ਦੀ ਸੇਵਾ ਕਰੇ, ਸਰਬ ਮੰਦਰਾਂ, ਸਰਬ ਤੀਰਥਾਂ, ਸਰਬ ਗੁਰਬਾਣੀਆਂ, ਸਾਧੂ ਸੰਤਾਂ ਦੇ ਦਰਸ਼ਨ ਕਰਨ ਦਾ ਸੱਸ ਸਹੁਰੇ ਤੇ ਪਤੀ ਦੀ ਸੇਵਾ ਦੇ ਵਿੱਚੋਂ ਇਤਨਾ ਫਲ ਪ੍ਰਾਪਤ ਹੋ ਸਕਦਾ ਹੈ। ਕਰਤਾਰ ਜੀ ਇਹ ਦੱਸਦੇ ਹਨ ਕਿ ਇਕੱਲੀ ਇਸਤਰੀ ਨੂੰ ਗੁਰੂ ਘਰ ਦੇ ਵਿੱਚ ਜਾ ਕੇ ਕੀਰਤਨ ਸੁਣਨ ਦਾ ਫਲ ਤਾਂ ਹੋਵੇਗਾ ਜੇ ਉਹਦਾ ਹਿਰਦਾ ਅੰਦਰੋਂ ਸ਼ੁੱਧ ਰਹੇ, ਮਮਤਾ ਦੇ ਬੁਰੇ ਦਾਗਾਂ ਦੇ ਕੋਲੋਂ ਪਲ ਪਲ ਬਚ ਕੇ ਰਹੇ, ਕਿਸੇ ਦੀ ਨਿੰਦਾ ਚੁਗਲੀ ਨਾ ਕਰੇ। ਗੁਰਬਾਣੀ ਫਰਮਾਨ ਕਰਦੀ ਹੈ, ਨਿੰਦਾ ਚੁਗਲੀ ਪਾਪ ਹੈ ਮਤ ਕੀਜੇ ਕੋਈ, ਅੱਗੇ ਜਾ ਕੇ ਹਾਲ ਹਾਲ ਨਿੰਦਕ ਕੀ ਹੋਈ। ਨਿੰਦਾ ਚੁਗਲੀ ਕਰਨ ਦਾ ਇੰਨਾ ਵੱਡਾ ਪਾਪ ਲੱਗ ਜਾਂਦਾ ਹੈ। ਗੁਰਬਾਣੀ ਫਰਮਾਨ ਕਰਦੀ ਹੈ ਕਿ ਚੁੱਪ ਕਰਕੇ ਬੈਠੀ ਇੱਕ ਮਨ ਹੋ ਕੇ ਗੁਰਬਾਣੀ ਸੁਣਦੀ ਰਹੇ, ਸੰਤਾਂ ਦੀ ਸੇਵਾ ਵਿੱਚ ਆਪਣਾ ਮਨ ਜੋੜੀ ਰੱਖੇ, ਆਪਣੇ ਮਨ ਦੇ ਵਿੱਚ ਕਿਸੇ ਵੀ ਕਿਸਮ ਦਾ ਮਾਨ ਗਮਾਨ ਨਾ ਕਰੇ, ਆਪਣੇ ਮਨ ਨੂੰ ਬਹੁਤ ਵੱਡੀ ਨਿਰਮਤਾ ਵਿੱਚ ਰੱਖੇ। ਗੁਰਬਾਣੀ ਸੁਣਨ ਦਾ ਫਲ ਤਾਂ ਹੋਵੇਗਾ। ਵਿਸ਼ਵਾਮਿੱਤਰ ਜੀ ਕਹਿੰਦੇ ਹਨ ਕਿ ਭਗਵਾਨ ਵਾਲਮੀਕ ਮਹਾਰਾਜ ਜੀ ਇਸ ਤਰ੍ਹਾਂ ਬਹੁਤ ਵੱਡੀ ਸੇਵਾ ਗਿਣਦੇ ਹਨ। ਜੇ ਇਸਤਰੀ ਆਪਣੇ ਪਤੀ ਦੇ ਨਾਲ ਜਾ ਕੇ ਗੁਰਬਾਣੀ ਸੁਣੇ ਜਾਂ ਸੰਤਾਂ ਭਗਤਾਂ ਦੀ ਸੇਵਾ ਕਰੇ, ਘਰ ਦਾ ਜੀਵ ਉਹਦੇ ਨਾਲ ਜ਼ਰੂਰ ਹੋਵੇ, ਇਕੱਲੀ ਨਾ ਹੋਵੇ। ਮਨ ਪੰਛੀ ਬੜਾ ਛਲੀਆ ਹੈ, ਕਿਸਨੇ ਵੱਡੇ ਵੱਡੇ ਮਹਾਂਮੁਨੀਆਂ ਨੂੰ ਛਲ ਲਿਆ ਹੈ। ਇੰਦਰ ਵਰਗੇ ਦੇਵਤੇ ਵੀ ਇਸ ਨੇ ਛਲ ਕੇ ਖਵਾਰ ਕੀਤੇ ਹੋਏ ਹਨ। ਆਪਣੇ ਮਨ ਨੂੰ ਪਵਿੱਤਰ ਰੱਖਣ ਦੇ ਵਾਸਤੇ ਇਸਤਰੀ ਆਪਣੇ ਪਤੀ ਜੀ ਜਾਂ ਸੱਸ ਦੇ ਨਾਲ ਜਾ ਕੇ ਗੁਰਬਾਣੀ ਸੁਣੇ। ਇਹ ਮਨ ਏਡਾ ਵੱਡਾ ਚੰਚਲ ਹੈ ਕਿ ਸੁਰਗਾਂ ਦੇ ਰਸਤੇ ਪਰ ਤੁਰਿਆ ਤੁਰਿਆ ਜਾਂਦਾ ਨਰਕਾਂ ਦੇ ਰਸਤੇ ਪੈ ਜਾਂਦਾ ਹੈ। ਇਹ ਚੰਚਲ ਮਨ ਨੂੰ ਬ੍ਰਹਮ ਗਿਆਨ ਦੀ ਨੱਥ ਦੀ ਲੋੜ ਹੈ, ਇਹ ਤਾਂ ਹੀ ਆਪਣੀ ਪੂਰੀ ਪਵਿੱਤਰਤਾ ਵਿੱਚ ਰਹਿ ਸਕਦਾ ਹੈ। ਮਨ ਕਈ ਵਾਰ ਨਾਮ ਦੀ ਕਸੌਟੀ ਉੱਪਰ ਚੜ੍ਹਦਾ ਚੜ੍ਹਦਾ ਤੇ ਬਿਰਛ ਦੇ ਪੱਤਰ ਦੇ ਵਾਂਗ ਗਿਰ ਜਾਂਦਾ ਹੈ। ਆਪਣੇ ਪਤੀ ਦੀ ਸੇਵਾ ਕਰਨ ਦੇ ਨਾਲ ਬਹੁਤ ਵੱਡੀ ਭਗਤੀ ਦਾ ਫਲ ਹੁੰਦਾ ਹੈ। ਜਿਹੜੀ ਇਸਤਰੀ ਆਪਣੇ ਪਤੀ ਦੀ ਆਗਿਆਕਾਰ ਨਹੀਂ ਹੁੰਦੀ, ਉਸ ਇਸਤਰੀ ਨੂੰ ਅਨੇਕਾਂ ਪਾਪ ਲੱਗ ਜਾਂਦੇ ਹਨ।
ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਜੀ ਇਸ ਤਰ੍ਹਾਂ ਦੱਸਦੇ ਹਨ। ਅੰਮ੍ਰਿਤ ਬਾਣੀ ਦਾ ਫਰਮਾਨ ਹੈ। ਸ਼ਲੋਕ ਜੋ ਨਾਰੀ ਨਰ ਕੋ ਨਾ ਮਾਨੇ, ਉਸ ਕੋ ਨਾ ਭਗਵਾਨ ਪਛਾਨੇ। ਜੋ ਨਾਰੀ ਨਰ ਕੇ ਗੁਣ ਗਾਵੇ, ਸੋ ਨਾਰੀ ਦਰਗਾਹ ਵਿੱਚ ਪਾਵੈ। ਪਤੀ ਬ੍ਰਤਾ ਸੋਈ ਹੋਵੇ, ਚੰਨਪਤੀ ਦੇ ਨਿਤ ਨਿਤ ਧੋਵੈ। ਉਸ ਨਾਰੀ ਤੋਂ ਮੈਂ ਕੁਰਬਾਨ, ਗਿਆਨ ਕੇ ਪੂਰਨ ਭਗਵਾਨ। ਉਸ ਨਾਰੀ ਤੋਂ ਮੈਂ ਕੁਰਬਾਨ, ਗਿਆਨ ਕੇ ਪੂਰਨ ਭਗਵਾਨ। ਗੁਰਬਾਣੀ ਦਾ ਫਰਮਾਨ ਹੈ, ਜਿਹੜੀ ਇਸਤਰੀ ਆਪਣੇ ਭਰਤੇ ਨੂੰ ਚੰਗਾ ਨਹੀਂ ਸਮਝਦੀ, ਉਸ ਇਸਤਰੀ ਨੂੰ ਜਮਾਂ ਦੀ ਮਾਰ ਪੈਂਦੀ ਹੈ। ਤਰ੍ਹਾਂ ਤਰ੍ਹਾਂ ਦੇ ਜਨਮ ਦੇ ਕੇ ਜੂਨਾਂ ਕਜੂਨਾਂ ਦੇ ਵਿੱਚ ਫਲ ਭੁਗਤਾਇਆ ਜਾਂਦਾ ਹੈ। ਪਾਪੀ ਪੁਰਸ਼ ਦੀ ਅੱਗੇ ਜਾ ਕੇ ਬਹੁਤ ਭੈੜੀ ਹਾਲਤ ਹੁੰਦੀ ਹੈ। ਪਾਪ ਕੀੜੇ ਬਣ ਕੇ ਤੋੜ ਤੋੜ ਕੇ ਖਾਂਦੇ ਹਨ। ਸਜ਼ਾਵਾਂ ਭੁਗਤਰੇ ਜੀਵ ਇਸ ਤਰ੍ਹਾਂ ਤੜਫ ਤੜਫ ਕੇ ਪੁਕਾਰ ਕਰਦੇ ਹਨ। ਜਿਸ ਤਰ੍ਹਾਂ ਰੂਹੀ ਵਿੱਚ ਪਿਆਸੀ ਮੁੰਨ ਤੜਫ ਤੜਫ ਕੇ ਮਰ ਜਾਂਦੀ ਹੈ, ਪਰਮਾਤਮਾ ਦੇ ਨਾਮ ਤੋਂ ਵਿਛੜ ਕੇ ਜੀਵ ਇਸ ਤਰ੍ਹਾਂ ਪਛਤਾਉਂਦਾ ਹੈ, ਜਿਵੇਂ ਮਛਲੀ ਨੀਰ ਤੋਂ ਵਿਛੜ ਕੇ ਪਛਤਾਉਂਦੀ ਹੈ। ਜਿਵੇਂ ਕੌਡੇ ਰਾਖਸ਼ ਦਾ ਫੜਿਆ ਹੋਇਆ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਨਾਲੋਂ ਵਿਛੜ ਕੇ ਪਛਤਾਇਆ ਸੀ। ਜਿਹੜੀ ਇਸਤਰੀ ਆਪਣੇ ਪਤੀ ਦੀ ਇੱਕ ਮਨ ਹੋ ਕੇ ਸੇਵਾ ਨਹੀਂ ਕਰਦੀ, ਸਦਾ ਨਿਉ ਕੇ ਨਹੀਂ ਚੱਲਦੀ, ਉਹ ਇਸਤਰੀ ਪਰਮਾਤਮਾ ਦੀ ਨਜ਼ਰ ਦੇ ਵਿੱਚੋਂ ਗਿਰ ਗਈ ਹੁੰਦੀ ਹੈ। ਜਿਹੜੀ ਇਸਤਰੀ ਹਰਦਮ ਆਪਣੇ ਪਤੀ ਦੀ ਆਗਿਆ ਵਿੱਚ ਰਹਿੰਦੀ ਹੈ, ਮਿੱਠੇ ਮਿੱਠੇ ਬਚਨ ਬੋਲਦੀ ਹੈ, ਨਿਰਮਤਾ ਗੁਣ, ਖਿਮਾ ਗੁਣ, ਰਸਨਾ ਨੂੰ ਮਿੱਠੇ ਸ਼ਬਦਾਂ ਦੇ ਨਾਲ ਵਰਤਦੀ ਹੈ, ਉਹ ਇਸਤਰੀ ਸਤਵੰਤੀ ਪਤਵੰਤੀ ਹੁੰਦੀ ਹੈ। ਐਸੀ ਇਸਤਰੀ ਦੇ ਵਾਸਤੇ ਸੱਚਖੰਡ ਦੇ ਦਰਵਾਜ਼ੇ ਖੁੱਲੇ ਹੁੰਦੇ ਹਨ। ਉਸ ਇਸਤਰੀ ਦੇ ਲੋਕ ਸੁਖੀ, ਪਰਲੋਕ ਸਹੇਲੇ, ਕਿਰਪਾ ਕਰਕੇ ਸਤਿਗੁਰ ਮਿਲੇ। ਜੋ ਨਾਰੀ ਭਰਤੇ ਕੋ ਪੂਜੇ, ਦੁੱਧ ਪੁੱਤਰਾਂ ਵਿੱਚ ਰੱਜ ਰੱਜ ਖੇਲੇ। ਇਸਤਰੀ ਆਪਣੇ ਸੱਸ ਸਹੁਰੇ ਤੇ ਪਤੀ ਦੀ ਸੇਵਾ ਕਰਨ ਵਾਲੀ ਸਤਵੰਤੀ ਪਤਵੰਤੀ ਇਸ ਲੋਕ ਦੇ ਵਿੱਚ ਸਦਾ ਸੁੱਖਾਂ ਦੀ ਨੀਂਦ ਸੌਂਦੀ ਹੈ, ਸੁੱਖਾਂ ਸਬੀਲਾਂ ਨਾਲ ਜਾਗਦੀ ਹੈ। ਪਰਲੋਕ ਵਿੱਚ ਜਾ ਕੇ ਵੀ ਉਹ ਸਤਵੰਤੀ ਪਤਵੰਤੀ ਨੂੰ ਅਨੇਕਾਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਪ੍ਰਾਪਤ ਹੁੰਦੇ ਹਨ। ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਜੀ ਦਾ ਇਹ ਬਚਨ ਹੈ, ਅੰਮ੍ਰਿਤ ਬਾਣੀ ਦਾ ਫਰਮਾਨ ਹੈ। ਸ਼ਲੋਕ ਜਿਸ ਨਾਰੀ ਨਰ ਪੂਜਿਆ, ਉੱਚਾ ਪਾਵੇ ਮਾਨ। ਅੰਮ੍ਰਿਤ ਬਚਨ ਵਰੋਲੀਏ, ਤਨ ਮਨ ਕੀ ਕਲਿਆਣ। ਘਰ ਸਤਿਗੁਰੂ ਕਾ ਵਾਸ ਹੋ, ਸੁਖ ਜਾਗੇ ਸੁਖ ਸੋਏ। ਆਸਾ ਉਸ ਕੇ ਜੀਵ ਕੀ, ਗਿਆਨ ਸਪੂਰਨ ਹੋਏ। ਭਾਰਦਵਾਜ ਜੀ ਦਾ ਬਚਨ ਹੈ ਕਿ ਨੇਕ ਇਸਤਰੀ ਇੱਕ ਸਿਤਾਰਾ ਬਣ ਕੇ ਕਰਤਾਰ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਰਹਿੰਦੀ ਹੈ। ਆਪਣੇ ਪਤੀ ਦੀ ਸੇਵਾ ਕਰਨ ਦੇ ਨਾਲ ਦੁਨੀਆ ਵਿੱਚ ਨੇਕੀ ਦੇ ਡੰਕੇ ਖੜਕ ਜਾਂਦੇ ਹਨ। ਉਸ ਇਸਤਰੀ ਦੀ ਕਦੇ ਵੀ ਹਾਰ ਨਹੀਂ ਹੁੰਦੀ, ਸਦਾ ਸਦੀਮ ਕਾਲ ਜਿੱਤ ਦਾ ਮੂੰਹ ਦੇਖਦੀ ਹੈ। ਗੁਰਬਾਣੀ ਦਾ ਫਰਮਾਨ ਹੈ, ਜੇ ਲੋੜੇ ਸੁਖ ਇਸਤਰੀ ਕਰੇ ਪਤੀ ਸੰਗ ਪਿਆਰ। ਪੂਜਾ ਕਰੇ ਅਕਾਲ ਕੀ ਰੋਜ਼ ਰੋਜ਼ ਇੱਕ ਤਾਰ। ਮਿੱਠੇ ਬੋਲ ਬਲਿੰਦੀਏ ਅੰਮ੍ਰਿਤ ਬੂੰਦਾਂ ਡੋਲ। ਕਾਂਗਾ ਕੜਵਤ ਘੋਲਦਾ ਮਿੱਠੜਾ ਬੋਲੇ ਕੋਲ। ਅੱਗੇ ਸੁਖ ਉਸ ਕੋ ਮਿਲੇ ਜਿਸ ਪਲੜੇ ਹਰ ਨਾਮ। ਪਰਮੇਸ਼ਰ ਰੰਗ ਰਤੜਾ ਜਿਸ ਕੈ ਲਾਗੇ ਚਾਮ। ਵਾਲਮੀਕ ਨਿਰੰਕਾਰ ਜੀ ਮਨਸਾ ਪੂਰਨ ਹਾਰ। ਮਨ ਇਛਤ ਫਲ ਦੇਤ ਹੈ ਮੁਕਤ ਭੁਗਤ ਪਦਚਾਰ। ਉਸ ਨਾਰੀ ਫਟਕਾਰ ਹੈ ਜਿਸ ਮਨ ਵਸੇ ਪਲੀਤ। ਮਿਲਤ ਹਰੀ ਤਿੰਨ ਨਾਰੀਆਂ ਸਾਫ ਜਿਨ੍ਹਾਂ ਦੀ ਨੀਤ। ਭਾਰਦਵਾਜਾ ਮੰਦੜੇ ਕਰਮ ਜਿਨ੍ਹਾਂ ਦੇ ਹੋਣ। ਨਰਕਪੁਰੀ ਵਿੱਚ ਬੈਠੀਆਂ ਮੁਸ ਮੁਸ ਕਰਕੇ ਰੋਣ। ਜਿਨ੍ਹਾਂ ਦੇ ਮੰਦੜੇ ਕਰਮ ਹੁੰਦੇ ਹਨ ਉਹ ਨਰਕਾਂ ਦੇ ਵਿੱਚ ਮੁਸ ਮੁਸ ਰੋਂਦੇ ਹਨ। ਗੁਰਬਾਣੀ ਫਰਮਾਨ ਕਰਦੀ ਹੈ, ਜਿਹੜੀ ਇਸਤਰੀ ਸਤਵੰਤੀ ਹੁੰਦੀ ਹੈ ਉਹਦੇ ਮਨ ਦੇ ਵਿੱਚ ਕਾਮ ਕ੍ਰੋਧ
ਲੋਭ ਮੋਹ ਹੰਕਾਰ, ਇਹ ਪੰਜ ਭੂਤ ਨਹੀਂ ਹੁੰਦੇ, ਤੇ ਜਿਹੜੇ ਮਨ ਨੂੰ ਥਾਲੀ ਦੇ ਪਾਣੀ ਦੇ ਵਾਂਗਰ ਵਾਰ-ਵਾਰ ਡਰਾਉਂਦੇ ਰਹਿੰਦੇ ਹਨ। ਸਤਵੰਤੀ ਇਸਤਰੀ ਸਦਾ ਸੱਚ ਬੋਲਦੀ ਹੈ, ਬੈਠਦੀ ਉੱਠਦੀ ਸਰਬ ਦਾ ਭਲਾ ਲੋੜਦੀ ਹੈ ਤੇ ਪਰਮਾਤਮਾ ਨੂੰ ਯਾਦ ਰੱਖਦੀ ਹੈ, ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਦੀ, ਆਪਣੇ ਆਂਢੀਆਂ ਗਵਾਂਢੀਆਂ ਦੇ ਨਾਲ ਬਹੁਤ ਚੰਗਾ ਸਲੂਕ ਰੱਖਦੀ ਹੈ। ਉਸ ਨੂੰ ਕੁਦਰਤ ਕਰਕੇ ਬੁਰੇ ਕਰਮਾਂ ਤੋਂ ਬਹੁਤ ਡਰ ਲੱਗਦਾ ਹੈ। ਉਹਦੇ ਪਵਿੱਤਰ ਮਨ ਨੂੰ ਕਿਸੇ ਵੀ ਕਿਸਮ ਦੀ ਐਸੀ ਵੈਸੀ ਮੈਲ ਨਹੀਂ ਹੁੰਦੀ। ਸਦਾ ਕਾਲ ਪਰਮਾਤਮਾ ਦੇ ਪਾਸੋਂ ਆਪਣੇ ਪਤੀ ਦੀ ਸੁੱਖ ਲੋੜਦੀ, ਸਰਬੱਤ ਦਾ ਭਲਾ ਮੰਗਦੀ ਹੈ। ਤੇ ਸਤਵੰਤੀ ਪਤਵੰਤੀ ਆਪਣੇ ਸੱਤ ਦੇ ਵਿੱਚ ਪੂਰੀ ਰਹਿਣ ਵਾਲੀ ਇਸਤਰੀ ਹੁੰਦੀ ਹੈ। ਆਪਣੇ ਪਤ ਨੂੰ ਚੌਹਾਂ ਕੰਨੀਆਂ ਤੋਂ ਪਵਿੱਤਰ ਰੱਖਣਾ ਲੋੜਦੀ ਹੈ। ਸਤਵੰਤੀ ਦੁਨੀਆ ਵਿੱਚ ਨੇਕ ਕਰਮ ਕਰਕੇ ਭਲਿਆਂ ਪੁਰਸ਼ਾਂ ਦੇ ਕੋਲੋਂ ਧਨ ਧਨ ਦਾ ਮਾਣ ਪ੍ਰਾਪਤ ਕਰਦੀ ਹੈ। ਜਿਸ ਇਸਤਰੀ ਦੇ ਵਿੱਚ ਇਹ ਤਿੰਨ ਗੁਣ ਹੁੰਦੇ ਹਨ, ਉਹ ਇਸਤਰੀ ਦੂਸਰੇ ਜਨਮ ਦੇ ਵਿੱਚ ਇੱਕ ਬੜੀ ਮਹਾਨ ਦੇਵੀ ਦਾ ਸਰੂਪ ਧਾਰਨ ਕਰਦੀ ਹੈ, ਜਾਂ ਸਦਾ ਕਾਲ ਸੱਚਖੰਡ ਵਿੱਚ ਰਹਿ ਕੇ ਨਿਰੰਕਾਰ ਜੀ ਦੀ ਸੇਵਾ ਕਰਦੀ ਹੈ। ਐਸੀ ਇਸਤਰੀ ਦਾ ਦੁਨੀਆ ਵਿੱਚ ਵੀ ਬਹੁਤ ਮਾਣ ਹੁੰਦਾ ਹੈ। ਅੱਗੇ ਜਾ ਕੇ ਬੇਅੰਤ ਸੁੱਖ ਮਿਲਦੇ ਹਨ। ਦੁੱਖਾਂ ਰੋਗਾਂ ਸੋਗਾਂ ਤੇ ਵਾਰ-ਵਾਰ ਜੰਮਣ ਮਰਨ ਦੇ ਮਹਾਜਾਲ ਦੇ ਵਿੱਚੋਂ ਨਿਕਲ ਜਾਂਦੀ ਹੈ। ਭੁੱਖਾਂ ਪਿਆਸਾਂ ਸਭ ਮਿਟ ਜਾਂਦੀਆਂ ਹਨ ਤੇ ਸੁੱਖਾਂ ਦਾ ਘਰ ਬਣਾ ਕੇ ਸਦਾ ਸੁਖ ਮਾਣਦੀ ਹੈ। ਰਾਜੇ ਜਨਕ ਦੀ ਇਹ ਭਾਖਾ ਹੈ, ਜਿਹਦੇ ਅਮਲ ਉੱਪਰ ਚੱਲ ਕੇ ਜੀਵ 84 ਦੇ ਵਿੱਚੋਂ ਫਾਰਗ ਹੋ ਜਾਂਦਾ ਹੈ। ਅੰਮ੍ਰਿਤ ਬਾਣੀ ਦਾ ਫਰਮਾਨ ਹੈ, ਸ਼ਲੋਕ ਸੁਖ ਪਰਤੇ ਸੰਗ ਮਾਨਦੀ, ਜੋ ਸਤਵੰਤੀ ਨਾਰ, ਆਸਾਂ ਹੋਵਨ ਪੂਰੀਆਂ, ਰੱਬ ਕਰ ਮਿਲੇ ਪਿਆਰ। ਕੋੜ ਜਨਮ ਦੁਖ ਪੈ ਮਿਟੇ, ਪਾਵੇ ਪਦ ਨਿਰਵਾਣ, ਮੁੜ ਮੁੜ ਜੂਨਕ ਜੂਨ ਵਿੱਚ, ਮੁਕੇ ਆਵਨ ਜਾਣ। ਜੀਵਨ ਮੁਕਤੀ ਉਸ ਮਿਲੇ, ਜੋ ਹਰ ਕੇ ਗੁਣ ਗਾਏ, ਹਰ ਕਰ ਟੋਈ ਨਾ ਮਿਲੇ, ਜੋ ਨਰ ਪਾਪ ਕਮਾਏ। ਜਿਸ ਤਰ੍ਹਾਂ ਰਿਸ਼ੀ ਭਾਰਦਵਾਜ ਜੀ ਨੇ ਇੱਥੇ ਇਸਤਰੀਆਂ ਦੇ ਬਾਰੇ ਬਿਆਨ ਕੀਤਾ ਹੈ, ਇਸ ਤਰ੍ਹਾਂ ਆਦੀਵਾਸੀ ਨਾਗ ਲੋਕਾਂ ਦੀਆਂ ਇਸਤਰੀਆਂ ਸਨ। ਸਤਵੰਤੀ ਉਸ ਇਸਤਰੀ ਨੂੰ ਕਿਹਾ ਜਾ ਸਕਦਾ ਹੈ ਜਿਸ ਦੇ ਵਿੱਚ ਇਹ ਤਿੰਨ ਗੁਣ ਹੋਣ, ਨਿਰਮਤਾ ਗੁਣ, ਖਿਮਾ ਗੁਣ, ਸੁਭਾਅ ਦੇ ਵਿੱਚ ਸੀਤਲਪਨ, ਸਭ ਕੁਝ ਆਪਣੇ ਮਨ ਦੇ ਵਿੱਚ ਬਰਦਾਸ਼ਤ ਕਰ ਲੈਣਾ। ਨਾਗ ਇਸਤਰੀਆਂ ਬੜੇ ਉੱਚੇ ਖਲਾਕ ਵਾਲੀਆਂ ਤੇ ਸੀਤਲ ਦਿਲ ਦੀਆਂ ਹੁੰਦੀਆਂ ਸਨ। ਪਤੀ ਭਾਵਾਂ ਕੁਝ ਵੀ ਕਹੇ, ਉਹ ਅੱਗੋਂ ਸਤ ਬਚਨ ਕਹਿ ਕੇ ਆਪਣੇ ਪਤੀ ਦੇ ਦਿਲ ਨੂੰ ਮੋਮ ਕਰ ਦਿੰਦੀਆਂ ਸਨ। ਤੇ ਨਾਰਦ ਮੁਨੀ ਦਾ ਬਚਨ ਹੈ ਕਿ ਆਪਣੇ ਦਰ ਪਰ ਆਈਆਂ ਇਸਤਰੀਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਇਸ ਤਰ੍ਹਾਂ ਸਿੱਖਿਆ ਦਿੰਦੇ ਸਨ ਕਿ ਮੇਰੇ ਜੀਵ ਆਪਣਾ ਜੀਵਨ ਬੜਾ ਹੀ ਖੁਸ਼ਹਾਲੀ ਦੇ ਵਿੱਚ ਬਤੀਤ ਕਰ ਸਕਣ ਤੇ ਨਾਮ ਰੂਪੀ ਬਿਰਛ ਤੋਂ ਮਿੱਠੇ ਮਿੱਠੇ ਸੁਖ ਰੂਪੀ ਅੰਮ੍ਰਿਤ ਫਲ ਪ੍ਰਾਪਤ ਕਰਕੇ ਆਪਣੀ ਪੰਜ ਭੂਤਕ ਦੇਹੀ ਨੂੰ ਸਵਾਰ ਸਕਣ। ਅੰਮ੍ਰਿਤ ਬਾਣੀ ਦਾ ਫਰਮਾਨ ਹੈ, ਸ਼ਲੋਕ ਕੋੜ ਜਨਮ ਦੁਖ ਉਤਰੇ, ਸੁਣ ਕਰ ਹਰ ਕੀ ਕਾਥ, ਜਿਤਨੇ ਵਸਤ ਜਹਾਨ में सब कुछ हर के हाथ। ਭਵਜਲ ਸਾਗਰ ਤਰ ਗਿਆ, ਜਿਨ ਕੀ ਨਾ ਸਤ ਸੰਗ, ਵਡ ਪਾਗੀ ਨਰ ਕੋ ਚੜੇ, ਪਰਮੇਸ਼ਰ ਕਾ ਰੰਗ। ਲੱਖਾਂ ਰਾਜੇ ਰਾਨੀਆਂ ਝੁਕਦੇ ਦਰ ਪਰਿਆਨ, ਸਤਿਗੁਰੂ ਦੀਨ ਦਿਆਲ ਜੀ ਨੀ ਮਾਨਿਆਂ ਦੇ ਮਾਨ। ਛੇਸ਼ ਗਣੇਸ਼ ਮਹੇਸ਼ ਸਾਬ ਕਰਦੇ ਦਰ ਪ੍ਰਗਾਨ, ਪਰਦੇਸੀ ਨਿਤ ਹਾਜ਼ਰੀ ਵੱਡੇ ਵੱਡੇ ਸੁਲਤਾਨ, ਆਸਾ ਪੂਰੇ ਸਰਬ ਦੀ ਵਾਲਮੀਕ ਨਿਰੰਕਾਰ। ਗੁਰ ਸਿਮਰਨ ਬਿਨ ਹੋ ਨਾਈ, ਭਵਜਲ ਸਾਗਰ ਪਾਰ, ਗੁਰ ਬਿਨ ਸਿਮਰਨ ਬਿਨ ਹੋਨੀ, ਭਵਜਲ ਸਾਗਰ ਪਾਰ। ਪਰ ਪਰ ਜਾਂਦੇ ਝੋਲੀਆਂ, ਦਾਤਾ ਮਿਲਨ ਅਨੇਕ, ਲਵ ਕੋ ਜਿਸ ਕੀ ਦਾਸ ਥੇ,
ਸਭ ਕਾ ਦਾਤਾ ਏਕ, ਪਰ ਪਰਜਾਂ ਦੇ ਝੋਲੀਆਂ ਦਾਤਾ ਮਿਲਨ ਅਨੇਕ। ਲਵ ਕੁਸ਼ ਜਿਸ ਤੇ ਦਾਸ ਥੇ, ਸਭ ਕਾ ਦਾਤਾ ਏਕ। ਸਤ ਬਚਨ, ਸਤ ਬਚਨ ਇੱਕ ਬੜਾ ਹੀ ਮਨੋਹਰ ਬਚਨ ਹੈ। ਰੋਮ ਰੋਮ ਵਿੱਚ ਅੰਮ੍ਰਿਤ ਭਰ ਦੇਣ ਵਾਲਾ ਸੀਤਲ ਬਚਨ ਹੈ। ਨਾਗ ਲੋਕ ਇਸਤਰੀਆਂ ਸਾਸ ਇਸ ਬਚਨ ਪਰ ਚੱਲਦੀਆਂ ਸਨ। ਜਿਸ ਤਰ੍ਹਾਂ ਗੱਡੀ ਦਾ ਪਹੀਆ ਰੇਲ ਦੀ ਪਟੜੀ ਦੇ ਉੱਪਰ ਨੱਠਦਾ ਜਾਵੇ ਤਾਂ ਗੱਡੀ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਤੇ ਸਹੀ ਸਲਾਮਤ ਆਪਣਾ ਪੂਰਾ ਸਫ਼ਰ ਕਰ ਜਾਂਦੀ ਹੈ। ਤੇ ਜੇ ਗੱਡੀ ਦਾ ਪਹੀਆ ਰੇਲ ਦੀ ਪਟੜੀ ਦੇ ਉੱਪਰ ਤੁਰਿਆ ਤੁਰਿਆ ਜਾਂਦਾ ਥੱਲੇ ਲੈ ਜਾਵੇ ਨਾ, ਤੇ ਗੱਡੀ ਦਾ ਭਾਰਾ ਨੁਕਸਾਨ ਹੋ ਜਾਂਦਾ ਹੈ। ਵਿੱਚ ਬੈਠੇ ਹੋਏ ਨੇਕ ਮੁਸਾਫਰ ਮਰ ਜਾਂਦੇ ਹਨ। ਐਸੇ ਹੀ ਪਰਮਾਤਮਾ ਦੀ ਰੀਤ ਹੈ। ਜੇ ਇਨਸਾਨ ਦੁਨੀਆ ਦੇ ਵਿੱਚ ਆ ਕੇ ਚੰਗੇ ਚੰਗੇ ਕਰਮ ਕਰਦਾ ਕਰਦਾ ਆਪਣੇ ਮਾਨਸ ਚੋਲੇ ਨੂੰ ਮਮਤਾ ਦੇ ਗੰਦੇ ਦਾਗਾਂ ਤੋਂ ਬਚਾ ਕੇ ਅੱਗੇ ਲੈ ਜਾਵੇ ਤਾਂ ਮਾਨਸ ਚੋਲੇ ਦਾ ਕੁਝ ਵੀ ਵਿਗੜਦਾ ਨਹੀਂ, ਬਲਕਿ ਅਨੇਕ ਸੁੱਖ ਪ੍ਰਾਪਤ ਹੁੰਦੇ ਹਨ। ਜੇ ਇਨਸਾਨ ਦੁਨੀਆ ਦੇ ਵਿੱਚ ਆ ਕੇ ਮੰਦੇ ਕਰਮ ਕਰਦਾ ਰਹੇ ਤਦ ਜਮਦੂਤ ਉਸ ਨੂੰ ਪਕੜ ਕੇ ਜਦੋਂ ਧਰਮਰਾਜ ਦੇ ਪੇਸ਼ ਕਰਦੇ ਹਨ, ਉਸ ਜੀਵ ਨੂੰ ਮਨਮੁਖ ਸਮਝ ਕੇ ਮਾਨਸ ਚੋਲਾ ਉਸ ਕੋਲੋਂ ਵਾਪਸ ਲਿਆ ਜਾਂਦਾ ਹੈ। ਤੇ ਜੋ ਕਿੱਡਾ ਵੱਡਾ ਨੁਕਸਾਨ ਇਨਸਾਨ ਦਾ ਹੋ ਗਿਆ ਹੈ। ਮਮਤਾ ਦੇ ਲੱਗੇ ਹੋਏ ਕਾਲੇ ਦਾਗਾਂ ਨੂੰ ਸਾਫ਼ ਕਰਨ ਦੇ ਵਾਸਤੇ ਉਸ ਮਾਨਸ ਚੋਲੇ ਨੂੰ ਅੱਗ ਦੇ ਵਿੱਚ ਸਿੱਟ ਕੇ ਸਾੜ ਦਿੱਤਾ ਜਾਂਦਾ ਹੈ। ਤੇ ਜੇ ਇਨਸਾਨ ਦੁਨੀਆ ਵਿੱਚ ਆ ਕੇ ਸੱਚੇ ਮਾਰਗ ਪਰ ਤੁਰਿਆ ਜਾਏ ਉਹਦਾ ਕੁਝ ਵੀ ਨੁਕਸਾਨ ਨਹੀਂ ਹੁੰਦਾ। ਜੇ ਇਨਸਾਨ ਦੁਨੀਆ ਦੇ ਵਿੱਚ ਜਨਮ ਪਾ ਕੇ ਮੰਦੇ ਕਰਮਾਂ ਦੇ ਮਗਰ ਆਪਣਾ ਲੱਕ ਬੰਨ ਕੇ ਤੁਰ ਪਵੇ ਤਾਂ ਉਹਦਾ ਬੜਾ ਭਾਰਾ ਨੁਕਸਾਨ ਹੋ ਜਾਂਦਾ ਹੈ। ਜਿਹੜਾ ਹੀਰਾ ਜਨਮ ਅਮੋਲਕ ਮਾਨਸ ਚੋਲਾ 84 ਲੱਖ ਜੂਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਕਟ ਸਹਿ ਸਹਿ ਕੇ ਪ੍ਰਾਪਤ ਕੀਤਾ ਹੁੰਦਾ ਹੈ, ਤੇ ਸੋ ਮਾਨਸ ਜਨਮ ਉਸ ਪਾਪੀ ਪੁਰਸ਼ ਦੇ ਕੋਲੋਂ ਖੁੱਸ ਜਾਂਦਾ ਹੈ। ਮਾਨਸ ਜਨਮ ਖੁੱਸ ਜਾਣ ਤੋਂ ਬਾਅਦ ਮੁੜ ਕੇ ਫਿਰ ਉਹਨਾਂ ਜੂਨਾਂ ਦੇ ਵਿੱਚ ਘੁੰਮਣਾ ਪੈਂਦਾ ਹੈ ਜਿਨ੍ਹਾਂ ਵਿੱਚ ਪਹਿਲਾਂ ਘੁੰਮ ਕੇ ਮਾਨਸ ਚੋਲਾ ਪ੍ਰਾਪਤ ਕੀਤਾ ਸੀ। ਕਦੇ ਕੁੱਤੇ ਜਾਂ ਬਿੱਲੀ ਦਾ ਜਨਮ ਉਸ ਨੂੰ ਧਾਰਨਾ ਪੈਂਦਾ ਹੈ। ਤੇ ਜੇ ਜੀਵ ਮੰਦੇ ਕਰਮ ਕਰਕੇ ਮੁੜ ਕੇ ਕੁੱਤੇ ਦੀ ਜੂਨ ਦੇ ਵਿੱਚ ਚਲਾ ਜਾਵੇ ਤਾਂ ਪਤਾ ਹੈ ਕਿੱਡੀ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮੱਛੀ ਦਾ ਜਾਲਾ ਹੈ, ਜਿਸ ਜਾਲੇ ਦੇ ਉੱਪਰੋਂ ਇਨਸਾਨ ਲੱਖਾਂ ਵਾਰੀ ਤਿਲਕਦਾ ਹੈ। ਕੁੱਤੇ ਦੀ ਜੂਨ ਦੇ ਵਿੱਚ ਘਰ ਘਰ ਤੋਂ ਫਟਕਾਰ ਲੈਣੀ ਪੈਂਦੀ ਹੈ। ਕਈ ਵਾਰ ਆਪਣੀ ਢੂਈ ਦੇ ਉੱਪਰ ਡਾਂਗਾਂ ਵੀ ਸਹਿਣੀਆਂ ਪੈਂਦੀਆਂ ਹਨ। ਕੋਈ ਘਰ ਦਾ ਨਾ ਘਾਟ ਦਾ, ਗਲੀਆਂ ਦੇ ਕੱਖਾਂ ਦੇ ਵਾਂਗਰ ਜੀਵਨ ਬਤੀਤ ਕਰਨਾ ਪੈਂਦਾ ਹੈ। ਜੇ ਜੀਵ ਸੂਰੀ ਦੀ ਜੂਨ ਦੇ ਵਿੱਚ ਚਲਾ ਗਿਆ ਤਾਂ ਸਿਰ ਪਰ ਦੁੱਖਾਂ ਦੇ ਪਹਾੜ ਢਹਿ ਜਾਂਦੇ ਹਨ। ਜੋ ਖਾਣ ਵਾਸਤੇ ਗੰਦ ਮੰਦ ਸਾਰੀ ਦਿਹਾੜੀ ਗੁਰ ਦੀ ਸਰੰਗੀ ਵੱਜਦੀ ਰਹਿੰਦੀ ਹੈ। ਅਨੇਕਾਂ ਬੱਚੇ ਖੂਨ ਚੂਸਣ ਦੇ ਵਾਸਤੇ ਪੈਦਾ ਹੋ ਜਾਂਦੇ ਹਨ, ਤੇ ਜਿਨ੍ਹਾਂ ਦਾ ਵੱਡੇ ਹੋਇਆਂ ਵੀ ਕੋਈ ਸੁੱਖ ਨਹੀਂ ਹੁੰਦਾ। ਜੇ ਇੱਕ ਗੰਦੀ ਨਾਲੀ ਵਿੱਚ ਵਹਿਣ ਵਾਲੇ ਕੀੜੇ ਦੀ ਜੂਨ ਦੇ ਵਿੱਚ ਚਲਾ ਗਿਆ ਤਾਂ ਆਪਣੀ ਸਾਰੀ ਉਮਰ ਗੰਦਗੀ ਦੇ ਵਿੱਚ ਗੁਜ਼ਾਰਨੀ ਪਵੇਗੀ। ਭਾਵਾਂ ਦੁੱਖਾਂ ਦਾ ਚਾਰ ਚੁਫੇਰੋਂ ਘੇਰਿਆ ਹੋਵੇ, ਲੱਖਾਂ ਕੂਕਾਂ ਪਕਾਰਾਂ ਕਰੇ ਉਹਦੀ ਕੂਕ ਪਕਾਰ ਕਿਸੇ ਨੇ ਸੁਣਨੀ ਨਹੀਂ। ਉਸ ਨੂੰ ਆਪਣੇ ਕੀਤੇ ਹੋਏ ਮੰਦੇ ਕਰਮਾਂ ਦੇ ਲੇਖੇ ਤਾਰਨੇ ਪੈਣਗੇ। ਜੇ ਜੀਵ ਕਿਸੇ ਚਮ ਗਿੱਦੜ ਦੀ ਜੂਨ ਦੇ ਵਿੱਚ ਚਲਾ ਗਿਆ ਤਾਂ ਕਿੱਡੀ ਵੱਡੀ ਭਾਰੀ ਬਿਪਤਾ ਖੜੀ ਹੋ ਜਾਵੇਗੀ, ਜੋ ਸਾਰੀ ਜ਼ਿੰਦਗੀ ਨੇਰੀਆਂ ਝਖੜਿਆਂ ਝੋਲਿਆਂ ਦੇ ਵਿੱਚ ਬਿਰਛਾਂ ਦੇ ਨਾਲ ਪੁੱਠਾ ਲਮਕ ਕੇ ਜੀਵਨ ਬਤੀਤ ਕਰਨਾ ਪਵੇਗਾ। ਭਾਵਾਂ ਠੰਡ ਦੇ ਨਾਲ ਉਹਦੀ ਜਾਨ ਚਲੀ ਜਾਵੇ, ਇਹਨਾਂ ਤਿਰਗਤ ਜੂਨਾਂ ਦੇ ਵਿੱਚ ਆ ਕੇ ਤੇ ਸੁੱਖਾਂ ਦੇ ਸਾਰੇ ਖਤਮ ਹੋ ਜਾਂਦੇ ਹਨ। ਸਾਰੀ ਇਹ ਖਤਮ ਹੋ ਜਾਂਦੇ ਹਨ। ਸਾਰੀ ਉਮਰ ਦੁੱਖਾਂ ਵਿੱਚ ਕੱਟਣੀ ਪਵੇਗੀ ਤੇ ਰੱਬ ਦੀਆਂ ਨਜ਼ਰਾਂ ਦੇ ਵਿੱਚੋਂ ਗਿਰ ਕੇ ਫਿਰ ਸੁੱਖ ਕਿੱਥੇ, ਫਿਰ ਤਾਂ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਹਨ। ਫਿਰ ਤਾਂ ਸਖਤ ਤੋਂ ਸਖਤ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਹਨ। ਪਰਮਾਤਮਾ ਦੀ ਕੁਦਰਤ 84 ਲੱਖ ਜੂਨਾਂ ਦਾ ਚੱਕੀ ਗੇੜਾ ਇਸੇ ਤਰ੍ਹਾਂ ਚੱਲਦਾ ਹੈ। ਮਾਨਸ ਜੀਵਾਂ ਤੋਂ ਹੇਠ ਵਾਲੀਆਂ ਸਭ ਜੂਨਾਂ ਦੁੱਖਾਂ ਦੀ ਕਹਾਣੀ ਵਿੱਚ ਪੀੜ ਹੁੰਦੀਆਂ ਰਹਿੰਦੀਆਂ ਹਨ। ਗੁਰਬਾਣੀ ਫਰਮਾਨ ਕਰਦੀ ਹੈ,
ਜਦੋਂ ਪਾਪੀ ਪੁਰਸ਼ ਕੋਈ ਵੀ ਪਾਪ ਕਰਦਾ ਹੈ, ਉਦੋਂ ਇਸ ਨੂੰ 84 ਲੱਖ ਜੂਨਾਂ ਦੇ ਚੱਕਰ ਵਾਲੀ ਯਾਦ ਭੁੱਲ ਜਾਂਦੀ ਹੈ ਤੇ ਇਨਸਾਨ ਪਾਪ ਕਰਨ ਦੇ ਵਿੱਚ ਵੀ ਆਪਣਾ ਫਾਇਦਾ ਸਮਝਦਾ ਹੈ। ਪਾਪ ਕਰਨ ਦੇ ਵਿੱਚ ਵੀ ਆਪਣਾ ਫਾਇਦਾ ਸਮਝਦਾ ਹੈ, ਪਰ ਹੁੰਦਾ ਇਸ ਦਾ ਨੁਕਸਾਨ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੋਹ ਦੇ ਜਾਲ ਦੇ ਵਿੱਚ ਫਸ ਕੇ ਇਹਦੀ ਮੱਤ ਮਾਰੀ ਜਾਂਦੀ ਹੈ। ਮਨਮੁਖ ਜੀਵ ਸ਼ੈਤਾਨ ਦੀਆਂ ਗੱਲਾਂ ਸਾਰੀਆਂ ਮੰਨਦਾ ਹੈ, ਸ਼ੈਤਾਨ ਦੀਆਂ ਗੱਲਾਂ ਸਾਰੀਆਂ ਮੰਨਦਾ ਹੈ। ਪਰਮਾਤਮਾ ਦੀਆਂ ਸੈਂਕੜੇ ਗੱਲਾਂ ਵਿੱਚੋਂ ਇੱਕ ਗੱਲ ਇਹਦੇ ਮਨ ਦੇ ਵਿੱਚ ਅਮਲ ਨਹੀਂ ਕਰਦੀ। ਇਨਸਾਨ ਦੀ ਇੱਕ ਐਸੀ ਭੈੜੀ ਆਦਤ ਹੋ ਚੁੱਕੀ ਹੈ, ਝੂਠ ਤਫਾਨ ਦੀਆਂ ਕਹਾਣੀਆਂ ਇਸ ਨੂੰ ਬੜੀਆਂ ਮਿੱਠੀਆਂ ਮਿੱਠੀਆਂ ਲੱਗਦੀਆਂ ਹਨ ਤੇ ਸੱਚੀ ਗੱਲ ਕਹੀ ਇਸ ਨੂੰ ਇਸ ਤਰ੍ਹਾਂ ਅਸਰ ਕਰਦੀ ਹੈ ਜਿਵੇਂ ਕੋਈ ਸੱਪ ਡੰਗ ਮਾਰ ਗਿਆ ਹੁੰਦਾ ਹੈ। ਤੇ ਸੱਚੀਆਂ ਗੱਲਾਂ ਇਸ ਨੂੰ ਬਹੁਤ ਕੌੜੀਆਂ ਲੱਗਦੀਆਂ ਹਨ। ਕੂੜ ਦੇ ਜਾਲ ਦੇ ਵਿੱਚ ਫਸ ਕੇ ਸਚਾਈ ਨੂੰ ਭੁੱਲ ਬੈਠਦਾ ਹੈ। ਅੱਗੇ ਜਾ ਕੇ ਭਾਵਾਂ ਨਰਕਾਂ ਦੀ ਅੱਗ ਦੇ ਵਿੱਚ ਸੜਨਾ ਪਵੇ, ਦੁਨੀਆ ਵਿੱਚ 2 ਦਿਨ ਦੀ ਚੌਧਰ ਦੇ ਵੱਲ ਇਹ ਜ਼ਿਆਦਾ ਖਿਆਲ ਰੱਖਦਾ ਹੈ। ਜੀਵ ਪਰਮਾਤਮਾ ਤੋਂ ਬੇਮੁਖ ਹੋ ਕੇ ਸ਼ੈਤਾਨ ਦਾ ਪੱਕਾ ਪੁਜਾਰੀ ਬਣ ਚੁੱਕਾ ਹੈ, ਜਿਸ ਨੇ ਇਹਦੀਆਂ ਬੇੜੀਆਂ ਦੇ ਵਿੱਚ ਵੱਟੇ ਪਾਉਣੇ ਹਨ। ਉਸੇ ਨਾਲ ਇਹ ਜਾ ਸਤੀ ਪਿਆਰ ਕਰਦਾ ਹੈ। ਜੀਵ ਨੂੰ ਇਸ ਘਟਨਾ ਬਾਰੇ ਪੂਰਾ ਪਤਾ ਵੀ ਹੈ ਕਿ ਕੰਡਿਆਂ ਦੇ ਬਿਰਛ ਲਾ ਕੇ ਅੰਗੂਰ ਨਹੀਂ ਮਿਲਣਗੇ, ਕੰਡੇ ਹੀ ਮਿਲਣਗੇ, ਪਰ ਫਿਰ ਵੀ ਸ਼ੈਤਾਨ ਇਹਦੀ ਅਕਲ ਉੱਤੇ ਪਰਦਾ ਪਾਈ ਰੱਖਦਾ ਹੈ। ਜੀਵ ਚੰਗੀ ਤਰ੍ਹਾਂ ਇਹ ਗੱਲ ਨੂੰ ਸਮਝੀ ਬੈਠਾ ਹੈ ਕਿ ਅੱਕਾਂ ਦੇ ਬਿਰਛ ਬੀਜ ਕੇ ਅਨਾਰ ਨਹੀਂ ਮਿਲਦੇ, ਅੱਕ ਹੀ ਪ੍ਰਾਪਤ ਹੁੰਦੇ ਹਨ, ਤੇ ਜਿਨ੍ਹਾਂ ਦੇ ਵਿੱਚ ਪੂਰੀ ਜ਼ਹਿਰ ਹੁੰਦੀ ਹੈ, ਤੇ ਭੋਲਾ ਇਨਸਾਨ ਫਿਰ ਵੀ ਅੱਕ ਹੀ ਲਾਈ ਜਾਂਦਾ ਹੈ। ਅੱਖਾਂ ਮੀਚ ਕੇ ਕਮੰਦੜੇ ਕਰਮ ਕਰੀ ਜਾਂਦਾ ਹੈ, ਚੋਰੀ ਕਰਦਾ ਹੈ, ਠੱਗੀ, ਧੋਖਾ, ਇਹ ਜਗ੍ਹਾ ਜਗ੍ਹਾ ਛਲ ਕਰਦਾ ਹੈ, ਪਖੰਡ ਰਚਾਉਂਦਾ ਹੈ, ਪੈਰ ਪੈਰ ਤੇ ਝੂਠ ਬੋਲਦਾ ਹੈ, ਬੇਈਮਾਨੀਆਂ ਦੇ ਉੱਪਰ ਲੱਕ ਬੰਨ ਕੇ ਲੱਗਾ ਹੋਇਆ ਹੈ, ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਕਹਾਰਿਆ ਹੈ। 2 ਦਿਨ ਦਾ ਵਣਜਾਰਾ ਇਹ ਆਪਣੀ ਅੱਖੀ ਅਨੇਕਾਂ ਮੁਸਾਫਰ ਲੱਦੇ ਜਾਂਦੇ ਦੇਖਦਾ ਹੈ। ਇਸ ਨੂੰ ਆਪ ਆਪਣੀ ਯਾਦ ਭੁੱਲੀ ਹੋਈ ਹੈ। ਇਹ ਕੱਚਾ ਘੜਾ ਪਾਣੀ ਵਿੱਚ ਖੁਰ ਜਾਣ ਵਾਲਾ ਆਪਣੇ ਆਪ ਨੂੰ ਪੱਕਾ ਸਮਝਦਾ ਹੈ, ਪਰ ਇਸ ਨੂੰ ਪਤਾ ਨਹੀਂ ਕਿ ਜੰਗਲ ਦੇ ਵਿੱਚ ਸ਼ੇਰ ਨੇ ਕੋਈ ਰੋਜ਼ ਹੀ ਪੁੱਗਣਾ ਹੈ। ਆਖਰ ਜਿਸ ਜੰਗਲ ਦਾ ਰਾਜਾ ਕਹਾਰਿਆ ਹੈ ਨਾ, ਉਹ ਜੰਗਲ ਵੀ ਛੱਡਣਾ ਪਵੇਗਾ। ਫਿਰ ਇਸ ਨੂੰ ਆਪਣੇ ਕੀਤੇ ਹੋਏ ਖੋਟੇ ਕਰਮ ਯਾਦ ਆਉਣਗੇ। ਜਦੋਂ ਜਮਦੂਤਾਂ ਨੇ ਇਹਦੀ ਰੂਹ ਪਿੰਜਣੀ ਹੈ, ਕਦੇ ਕਹਿੰਦਾ ਮੇਰੀ ਜਾਤ ਬੜੀ ਉੱਚੀ ਹੈ, ਤੇ ਦੂਸਰੇ ਆਪਣੇ ਵਰਗੇ ਮਾਨਸਾਂ ਨੂੰ ਲਗ ਮਾਤਰ ਹੀ ਜਾਣ ਰਿਹਾ ਹੈ। ਇਹ ਸੰਤਾਂ ਮਹੰਤਾਂ ਦੇ ਕੋਲੋਂ ਹਜ਼ਾਰਾਂ ਵਾਰੀ ਸੁਣ ਚੁੱਕਾ ਹੈ ਕਿ ਮਾਨਸ ਜੀਵ ਸਭ ਇੱਕੋ ਜਿਹੇ ਹਨ। ਊਚ ਨੀਚ ਤਾਂ ਐਵੇਂ ਭਰਮ ਦੇ ਭੂਤ ਨੇ ਲੋਕਾਂ ਨੂੰ ਚਿੰਬੜੇ ਹੋਏ ਹਨ। ਇੱਕ ਮਾਂ ਪਾਰਵਤੀ ਤੇ ਸ਼ਿਵ ਜੀ ਦੇ ਅਸੀਂ ਸਾਰੇ ਧੀਆਂ ਪੁੱਤਰਾਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਊਚ ਨੀਚ ਤਾਂ ਰੇਤਾਂ ਦੀਆਂ ਕੰਧਾਂ ਹਨ। ਇਨਸਾਨ ਇਸ ਰੇਤਾਂ ਦੀਆਂ ਕੰਧਾਂ ਨੂੰ ਉਸਾਰਦੇ ਹਨ, ਤੇ ਇਨਸਾਨ ਹੀ ਇਤਫਾਕ ਕਰਕੇ ਆਪਣੀ ਤਾਕਤ ਦੀ ਸ਼ਕਤੀ ਦੇ ਨਾਲ ਢਾ ਦਿੰਦੇ ਹਨ। ਦੁਨੀਆ ਦੇ ਵਿੱਚ ਇੱਕ ਸ਼ੈਤਾਨ ਦੀ ਖੇਡ ਚਲਾਈ ਹੋਈ ਹੈ, ਤੇ ਜਿਹੜੇ ਲੋਕ ਇਸ ਭੇਦ ਭਾਵ ਵਾਲੀ ਕੰਧ ਨੂੰ ਉਸਾਰਦਾ ਹੈ, ਉਹ ਪਰਮਾਤਮਾ ਦਾ ਪੱਕਾ ਵੈਰੀ ਹੁੰਦਾ ਹੈ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਪਰਮਾਤਮਾ ਦੇ ਨਾਲੋਂ ਵੱਡਾ ਚਤਰ ਬਣਦਾ ਹੈ। ਜਿਹੜੀ ਚੀਜ਼ ਧਰਮ ਮਰਿਆਦਾ ਦੇ ਉਲਟ ਹੈ, ਉਸ ਨੂੰ ਕਰਦਾ ਹੈ। ਇੱਕੋ ਜਿਹੇ ਮਾਨਸ ਜੀਵਾਂ ਦੇ ਵਿੱਚ ਦੀਨ ਮਜਬ ਦੀ ਕੰਧ ਖੜੀ ਕਰਕੇ ਦੁਨੀਆ ਦੇ ਵਿੱਚ ਵੈਰ ਵਿਰੋਧ ਦੀ ਅੱਗ ਖਿਲਾਰਦਾ ਹੈ। ਐਸੇ ਇਨਸਾਨ ਨੂੰ ਰੱਬ ਕਦੋਂ ਲੋੜਦਾ ਹੈ? ਤੇ ਜਿਹੜਾ ਉਸ ਦੀ ਰਚਨਾ ਦੇ ਵਿੱਚ ਫਰਕ ਪਾ ਕੇ ਆਪਣਾ ਮਸਲਾ ਹੱਲ ਕਰਦਾ ਹੈ। ਐਸੇ ਇਨਸਾਨ ਨੂੰ ਰੱਬ ਲੋੜਦਾ ਨਹੀਂ। ਊਚ ਨੀਚ ਮੰਨਣ ਵਾਲੇ ਲੋਕਾਂ ਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਵੀ ਕੋਈ ਜਗ੍ਹਾ ਨਹੀਂ, ਤੇ ਪਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਨੂੰ ਕਿਸ ਨੇ ਢੋਈ ਦੇਣੀ ਹੈ? ਜਿਹੜਾ ਮਾਨਸ ਜੀਵ ਆਪਣੇ ਵਰਗੇ ਮਾਨਸ ਦੇ ਨਾਲ ਪੂਰਾ ਪਿਆਰ ਤੇ ਆਪਣੇ ਵਰਗੇ ਜਾਣਦਾ ਹੈ, ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦਾ ਹੈ, ਕਿਸੇ ਦੇ ਨਾਲ ਊਚ ਨੀਚ ਦਾ ਸਵਾਲ ਰੱਖ ਕੇ ਨਫ਼ਰਤ ਘਿਰਣਾ ਨਹੀਂ ਕਰਦਾ, ਉਹ ਮਾਨਸ ਆਸਤਿਕ ਹੁੰਦਾ ਹੈ। ਤੇ ਜਿਹੜੇ ਜੀਵ ਨਾਸਤਿਕ ਹੁੰਦੇ ਹਨ, ਉਹ ਆਪਣੇ ਵਰਗੇ ਬੰਦਿਆਂ ਦੇ ਨਾਲ ਨਫ਼ਰਤ ਘਿਰਣਾ ਦਾ ਢਾਂਚਾ ਰਚ ਕੇ ਆਪਣੀ ਚੌਧਰ ਨੂੰ ਕਾਇਮ ਰੱਖਦੇ ਹਨ। ਦੀਨ ਮਜ਼ਬੂਤੀ ਵਿੱਚ ਆੜ ਰੱਖ ਕੇ ਦੁਨੀਆ ਦੀ ਸ਼ਕਤੀਸ਼ਾਲੀ ਨੂੰ ਕਮਜ਼ੋਰ ਕਰਦੇ ਹਨ।
ਜਿਸ ਵਿੱਚ ਆਪਣੇ ਵਤਨ ਦੀ ਤਰੱਕੀ ਦੇ ਵਿੱਚ ਵੱਡੀ ਤੋਂ ਵੱਡੀ ਰੁਕਾਵਟ ਪੈ ਜਾਂਦੀ ਹੈ। ਤੇ ਜਿਸ ਵਤਨ ਦੇ ਵਿੱਚ ਦੀਨ ਮਜਬ, ਊਚ ਨੀਚ, ਵੱਡੀ ਠੇਰੀ, ਰਿਸ਼ਵਤ ਖੋਰੀ, ਧੱਕਾ ਜੋਰੀ, ਈਰਖਾ ਦੀ ਅੱਗ ਬਲ ਰਹੀ ਹੋਵੇ, ਉਹ ਵਤਨ ਤਰੱਕੀ ਕਿਸ ਤਰ੍ਹਾਂ ਕਰ ਸਕਦਾ ਹੈ। ਜਿਸ ਵਤਨ ਦੇ ਵਿੱਚ ਜਾਤ ਪਾਤ ਦਾ ਕੋੜ ਹੋਵੇ, ਉਹ ਵਤਨ ਕਦੇ ਨਾ ਕਦੇ ਕਿਸੇ ਦੂਸਰੇ ਵਤਨ ਦਾ ਗੁਲਾਮ ਬਣ ਜਾਂਦਾ ਹੈ। ਇਸੇ ਕਰਕੇ ਹਜ਼ਾਰਾਂ ਸਾਲ ਗੁਲਾਮੀ ਦੀ ਜੰਜੀਰ ਦੇ ਵਿੱਚ ਭਾਰਤ ਜਕੜਿਆ ਰਿਹਾ। ਗੁਰਬਾਣੀ ਫਰਮਾਨ ਕਰਦੀ ਹੈ, ਅੰਮ੍ਰਿਤ ਬਾਣੀ ਦਾ ਫਰਮਾਨ ਹੈ, ਸ਼ਲੋਕ ਧੰਨ ਧੰਨ ਭਗਵਾਨ ਜੀ ਭੀਮ ਰਾਓ, ਦੁਨੀਆਂ ਵਾਸਤੇ ਖੂਨ ਵਹਾ ਦਿੱਤਾ, ਜਿਹੜੀ ਟਈ ਨਾ ਕੁੱਲ ਪਕੰਬਰਾਂ ਤੋਂ ਤੁਸੀਂ ਉਸ ਲਕੀਰ ਨੂੰ ਟਾ ਦਿੱਤਾ। ਕਰਾਂ ਸਿਫਤ ਕੀ ਤੇਰੀ ਪਾਤਸ਼ਾਹ, ਕੋਈ ਬਹੁਤ ਵੱਡਾ ਅਵਤਾਰ ਸੀ ਤੂੰ, ਸੁਣ ਕੇ ਕੂਕ ਪੁਕਾਰ ਦੁਖਿਆਰਿਆਂ ਦੀ, ਆਇਆ ਜਗ ਤੇ ਆਪ ਕਰਤਾਰ ਸੀ ਤੂੰ। ਤੁਸੀਂ ਚੰਦ ਤੇ ਅਸੀਂ ਚਕੋਰ ਤੇਰੇ, ਤੁਸੀਂ ਆਸਰਾ ਲੋਕਨ ਤਾਣਿਆਂ ਦਾ, ਆ ਕੇ ਜਗ ਤੇ ਤੁਸੀਂ ਵਧਾ ਦਿੱਤਾ, ਮੇਰੇ ਪ੍ਰੀਤਮ ਮਾਨ ਨ ਮਾਨਿਆ ਦਾ। ਭੁੱਲ ਸਕਦਾ ਨਹੀਂ ਉਪਕਾਰ ਤੇਰਾ, ਜਦੋਂ ਤੱਕ ਸਮਾਨ ਵਿੱਚ ਚੰਦ ਤਾਰੇ, ਗਾਵਣ ਤੇਰੀਆਂ ਅਮਰ ਕਹਾਣੀਆਂ ਨੂੰ ਭਾਰਤਮਾਂ ਦੇ ਲੋਕ ਵਸਨੀਕ ਸਾਰੇ। ਤੇਰੀ ਲੇਖਣੀ ਜੀਵ ਨੂੰ ਦੱਸਦੀ ਏ, ਸਾਰੇ ਮਾਨਸਾਂ ਨੂੰ ਸਾਜਨਹਾਰ ਇੱਕੋ, ਕੋਈ ਊਚ ਨਹੀਂ ਕੋਈ ਨੀਚ ਨਹੀਂ, ਆਦਮ ਜਾਤ ਹੈ ਬ੍ਰਹਮ ਪਸਾਰ ਇੱਕੋ, ਵਰਨ ਛਲਨਾ ਜਾਤ ਬਜਾਤ ਕੋਈ, ਸਿਰਜਣਹਾਰ ਦਾ ਇੱਕ ਪਰਿਵਾਰ ਇਹੋ, ਸੱਚੀ ਗੱਲ ਤੂੰ ਕਈ ਗੁਰਦੇਵ ਸਿੰਘਾ, ਆਦਮ ਜਾਤ ਦਾ ਅਸਲ ਨਖਾਰ ਇਹੋ। ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਜੀ ਇਸ ਤਰ੍ਹਾਂ ਜੀਵ ਨੂੰ ਉਪਦੇਸ਼ ਕਰਦੇ ਹਨ ਕਿ ਇਹ ਜੀਵ, ਜਿਸ ਪਰਮਾਤਮਾ ਨੇ ਤੇਰੀ ਬਣਤ ਬਣਾਈ ਹੈ ਤੇ ਤੂੰ ਉਸ ਦੀ ਵੰਦਨਾ ਕਰ। ਦੇਵ ਦੇਵੀਆਂ ਜਾਂ ਪੱਥਰਾਂ ਨੂੰ ਪੂਜ ਕੇ ਤੂੰ ਭਵਜਲ ਸਾਗਰ ਨੂੰ ਪਾਰ ਨਹੀਂ ਕਰ ਸਕਦਾ। ਫੇਰ ਪਛਤਾਉਣ ਦੇ ਨਾਲੋਂ ਜਿਹੜੇ ਰਸਤੇ ਪਰ ਆਖਰ ਚੱਲਣਾ ਹੈ, ਉਸ ਰਸਤੇ ਨੂੰ ਤੂੰ ਹੁਣੇ ਹੀ ਸਾਫ਼ ਕਰ ਲੈ। ਮੰਦੜੇ ਕਰਮ ਕਰਨ ਵਾਲਿਆਂ ਦੀ ਅੱਗੇ ਜਾ ਕੇ ਬਹੁਤ ਬੁਰੀ ਹਾਲਤ ਹੁੰਦੀ ਹੈ। ਜਿਤਨੇ ਮਾਨਸ ਚੋਲੇ ਨੂੰ ਮਮਤਾ ਦੇ ਕਾਲੇ ਦਾਗ ਲਾ ਕੇ ਜਾਵੇਂਗਾ, ਉਦੋਂ ਵੱਧ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਬੁਰੇ ਕਰਮਾਂ ਦੇ ਨਤੀਜੇ ਬਹੁਤ ਬੁਰੇ ਹੁੰਦੇ ਹਨ। ਜਿਸ ਵਕਤ ਪਾਪੀ ਪੁਰਸ਼ ਦੀ ਰੂਹ ਪਿੰਜੀ ਹੁੰਦੀ ਹੈ, ਉੱਚੀ ਉੱਚੀ ਕੂਕਾਂ ਨਾਰੇ ਮਾਰਦੇ ਹਨ, ਤੇ ਫਿਰ ਉਹਨਾਂ ਦੀ ਉੱਥੇ ਕੋਈ ਦਾਦ ਫਰਿਆਦ ਨਹੀਂ ਸੁਣਦਾ। ਭਾਵਾਂ ਪਾਪੀ ਜੀਵ ਕਿਤਨਾ ਵੀ ਸ਼ੋਰ ਕਰਨ, ਉਥੇ ਰੋਇਆਂ ਧੋਇਆਂ ਕੁਝ ਨਹੀਂ ਬਣਦਾ। ਪਾਪੀਆਂ ਦੀਆਂ ਮਨੋਕਾਮਨਾ ਸਭ ਇਸ ਤਰ੍ਹਾਂ ਅਧੂਰੀਆਂ ਚਲੀਆਂ ਜਾਂਦੀਆਂ ਹਨ, ਜਿਸ ਤਰ੍ਹਾਂ ਚੂਹਿਆਂ ਤੋਂ ਬਿਨਾਂ ਵੇਲ ਚਲੀ ਜਾਂਦੀ ਹੈ। ਅੰਮ੍ਰਿਤ ਬਾਣੀ ਦਾ ਫਰਮਾਨ ਹੈ, ਸ਼ਲੋਕ ਮਨਮੁਖ ਪਾਪੀ ਰੋਮਦੇ, ਕਰਦੇ ਹਾਲ ਪੁਕਾਰ, ਮੰਦੜਾ ਕਰਮ ਨਾ ਤਾਰਦਾ, ਡੋਬੇ ਵਿੱਚ ਮਝਤਾਰ। ਤਿਰਗ ਝਾਤੀ ਮਾਰ ਕੇ ਰੇ ਨਰ ਸੋਚ ਵਿਚਾਰ, ਜੇ ਲੋੜੇ ਪਲ ਆਪਣੀ ਮੰਦੜੇ ਕਰਮ ਵਸਾਰ। ਵਾਲਮੀਕ ਨਿਰੰਕਾਰ ਕੋ ਜਪ ਲੈ ਰੇ ਨਰ ਮੂੜ, ज्ञान के हम उसके चरण कमल की तूड़। औड़ा बीज ना बीजिए लाइए मिठड़े रुख, मंदड़े करम कमावने सैन अनेकां दुख।
ਦਸਨਵਾਂ ਦੀ ਕਿਰਤ ਕਰ ਸਤਿਗੁਰ ਦੇ ਗੁਣ ਗਾ। ਮਾਨਸ ਚੋਲੇ ਆਪਣੇ ਮੰਦੜੇ ਦਾਗ ਨਾ ਲਾ। ਉਸ ਰਹਤੇ ਕੋ ਸਾਫ ਕਰ ਜਿਸ ਰਹਤੇ ਪਰ ਜਾਣਾ। ਗਿਆਨ ਹਰੀ ਹਰ ਮੰਜਲੈ ਜਿਸ ਨੇ ਪਾਰ ਲਗਾਣਾ। ਪਿਤਲ ਨਾਲ ਪ੍ਰੀਤ ਨਾ ਕਰ ਸੋਨਾ ਸਤ ਕਰਤਾਰ। ਇੱਕ ਮਨ ਹੋ ਕੇ ਬਾਵਰੈ ਉਸ ਦਾ ਨਾਮ ਚਿਤਾਰ। ਉਹੀ ਤੇਰਾ ਮੀਤ ਹੈ ਉਹੀ ਰਿਸ਼ਤੇਦਾਰ। ਵਾਲਮੀਕ ਨਿਰੰਕਾਰ ਹੈ ਸ਼ਰਦਾ ਪੂਰਨ ਹਾਰ। ਜੀਵਨ ਮੁਕਤੀ ਨਾ ਮਿਲੇ ਜੋ ਵਿਸਰੇ ਗੁਰੂ ਨਾਮ। ਨਰਪਤ ਪੱਲੇ ਨਾ ਪੜੇ ਜਾਨ ਅਧੂਰੇ ਕਾਮ। ਜੇ ਤੇਰਾ ਤਨ ਸਾਜਿਆ ਕਰ ਉਸ ਨਾਲ ਪਿਆਰ। ਮਨਸ਼ੀ ਤੂੰ ਭਾਖ ਦੇ ਗਿਆਨ ਸ਼ਾਮ ਸੁਭਸਾਰ। ਸਤ ਬਚਨ ਕੁਦਰਤ ਦੇ ਘਰ ਦੇ ਵਿੱਚ ਮੰਨਿਆ ਹੋਇਆ ਬਚਨ ਹੈ। ਸਤ ਬਚਨ ਇੱਕ ਐਸਾ ਰੱਬੀ ਮੰਤਰ ਹੈ। ਆਦਮੀ ਭਾਵੇਂ ਕਿਤਨਾ ਵੀ ਸੁਭਾਅ ਦਾ ਗਰਮ ਹੋਵੇ ਤੇ ਜੇ ਉਸ ਦੀ ਗੱਲ ਦਾ ਉੱਤਰ ਅੱਗੋਂ ਬੜੀ ਨਿਰਮਤਾ ਦੇ ਨਾਲ ਸਤ ਬਚਨ ਕਿਹਾ ਜਾਵੇ ਤਾਂ ਉਹਦਾ ਸੱਪ ਵਰਗਾ ਜ਼ਹਿਰੀਲਾ ਮਨ ਇੱਕਦਮ ਕੀਲਿਆ ਜਾਂਦਾ ਹੈ। ਜਿਸ ਤਰ੍ਹਾਂ ਬਹੁਤ ਮਿੱਠੀ ਸੁਰ ਦੇ ਨਾਲ ਵਜਾਈ ਹੋਈ ਬੀਨ ਜ਼ਹਿਰੀਲੇ ਸਰਪ ਨੂੰ ਕੀਲ ਕੇ ਪਟਾਰੀ ਵਿੱਚ ਬੰਦ ਕਰ ਲੈਂਦੀ ਹੈ। ਸਤ ਬਚਨ ਇੱਕ ਅੰਮ੍ਰਿਤ ਭਿੰਨੜਾ ਮਿੱਠੜਾ ਮਿੱਠੜਾ ਮਨੋਹਰ ਸ਼ਬਦ ਹੈ। ਇਹ ਸ਼ਬਦ ਨੂੰ ਇਸਤੇਮਾਲ ਕਰਨ ਦੇ ਵਿੱਚ ਦਿਲ ਦੇ ਵਿੱਚੋਂ ਭੈੜੇ ਵੈਰ ਵਿਰੋਧ ਚਲੇ ਜਾਂਦੇ ਹਨ। ਇਹ ਸੀਤਲ ਸਰੂਪ ਸ਼ਬਦ ਨੂੰ ਖਾਸ ਕਰਕੇ ਪ੍ਰਮਾਤਮਾ ਦੇ ਉਪਾਸ਼ਕ ਵਰਤਦੇ ਹਨ ਤੇ ਜਾਂ ਇਹ ਸਤ ਬਚਨ ਸ਼ਬਦ ਦੀ ਵਰਤੋਂ ਸਤਵੰਤੀਆਂ ਪਤਵੰਤੀਆਂ ਜਸਵੰਤੀਆਂ ਇਸਤਰੀਆਂ ਕਰਦੀਆਂ ਹਨ। ਇਹ ਸਤ ਬਚਨ ਸ਼ਬਦ ਇੱਕ ਬੜੀ ਉੱਚੇ ਸ਼ਾਨ ਮਾਨ ਵਾਲਾ ਨਿਰੰਕਾਰ ਜੀ ਦੇ ਹਰਮੰਦਰ ਸਾਹਿਬ ਦੇ ਵਿੱਚ ਪ੍ਰਵਾਨ ਕੀਤਾ ਹੋਇਆ ਗੁਰਮੁਖ ਲੋਕਾਂ ਦਾ ਬਚਨ ਹੈ। ਇਸ ਬਚਨ ਦੇ ਵਿੱਚ ਵੱਡੇ ਵੱਡੇ ਗੁਣ ਅਨੇਕ ਵਡਿਆਈਆਂ ਦੇ ਮਾਣ ਹਨ ਤੇ ਜਿਹੜੇ ਗੁਰਮੁਖ ਲੋਕ ਇਹ ਸਤ ਬਚਨ ਸ਼ਬਦ ਦੀ ਮਰਿਆਦਾ ਨੂੰ ਚੰਗੀ ਤਰ੍ਹਾਂ ਸਮਝ ਜਾਂਦੇ ਹਨ ਤੇ ਉਹ ਇਸ ਸ਼ਬਦ ਦੇ ਅਨੇਕਾਂ ਗੁਣਾਂ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ। ਸੀਤਲ ਸਰੂਪ ਨੂੰ ਧਾਰਨ ਕਰਕੇ ਤੇ ਸਭਨਾ ਲੋਕਾਂ ਦੀ ਰਚਨਾ ਨੂੰ ਜਿੱਤ ਜਾਂਦੇ ਹਨ। ਜਿਸ ਤਰ੍ਹਾਂ ਗੁਰਮੁਖ ਹਾਰ ਚੱਲੇ ਜਗ ਜੀਤਾ। ਸਤ ਬਚਨ ਦਾ ਅਸਲੀ ਅਰਥ ਇਹ ਹੀ ਹੈ ਕਿ ਕਿਸੇ ਦੇ ਦਿੱਤੇ ਹੋਏ ਹੁਕਮ ਨੂੰ ਪ੍ਰਵਾਨ ਕਰਨਾ। ਕਿਸੇ ਦੇ ਦਿੱਤੇ ਹੋਏ ਹੁਕਮ ਨੂੰ ਪ੍ਰਵਾਨ ਕਰਨਾ ਭਾਵੇਂ ਕਿਸੇ ਵੀ ਮਾਹੌਲ ਦਾ ਹੁਕਮ ਹੋਵੇ। ਸਵੀਕਾਰ ਕਰਨਾ ਆਗਿਆਕਾਰ ਰਹਿਣਾ ਦਿੱਤੇ ਹੋਏ ਹੁਕਮ ਨੂੰ ਕਦੇ ਮੋੜਨਾ ਨਹੀਂ। ਸਤ ਸਤ ਕਰਕੇ ਆਪਣੇ ਸਿਰ ਮੱਥੇ ਪਰ ਮੰਨਣਾ। ਜਿਸ ਤਰ੍ਹਾਂ ਸਰਬ ਸਿੱਧਾ ਹੋ ਕੇ ਬਿਲ ਵਿੱਚ ਵੜ ਸਕਦਾ ਹੈ ਵੱਲ ਖਾ ਕੇ ਨਹੀਂ। ਇਵੇਂ ਭਗਤ ਨੂੰ ਪਛਾਣ ਕੇ ਨਿਉ ਕੇ ਨਿਰਮਤਾ ਵਿੱਚ ਆਪਣੇ ਆਪ ਨੂੰ ਢਾਲਣਾ ਖਿਮਾ ਕਰਨਾ। ਇਸ ਤਰ੍ਹਾਂ ਭਗਤ ਨੂੰ ਵਿਚਾਰਨਾ ਜਿਵੇਂ ਉੱਚਾ ਪੁਰਸ਼ ਨੀਵੇਂ ਦਰਵਾਜ਼ੇ ਵਿੱਚ ਦੀ ਨੀਵਾਂ ਹੋ ਕੇ ਲੰਘ ਜਾਂਦਾ ਹੈ ਤੇ ਜੇ ਉੱਚਾ ਪੁਰਸ਼ ਨੀਵੇਂ ਦਰਵਾਜ਼ੇ ਵਿੱਚ ਦੀ ਲੰਘਣ ਦੇ ਵਾਸਤੇ ਨੀਵਾਂ ਨਾ ਹੋਵੇ ਤਾਂ ਦਰਵਾਜ਼ੇ ਵਿੱਚ ਵੱਜ ਕੇ ਮੱਥਾ ਪੜਵਾ ਬੈਠਦਾ ਹੈ। ਇਸੇ ਤਰ੍ਹਾਂ ਵਕਤ ਨੂੰ ਜਾਂਚ ਕੇ ਨਿਉ ਕੇ ਲੰਘ ਜਾਣਾ। ਜੇ ਜਗ੍ਹਾ ਪਰ ਕਿਸੇ ਵੀ ਗੱਲ ਉੱਤੇ ਬਹਿਸ ਹੁੰਦੀ ਹੋਵੇ ਉੱਥੇ ਅੜਨਾ ਨਹੀਂ ਸਗੋਂ ਸਤ ਬਚਨ ਕਹਿ ਕੇ ਗੱਲ ਨੂੰ ਸਵੀਕਾਰ ਕਰ ਲੈਣਾ। ਆਪ ਹਾਰ ਮੰਨ ਜਾਣੀ ਉਹ ਝਗੜੇ ਵਾਲੇ ਵਕਤ ਨੂੰ ਸੰਭਾਲ ਜਾਣਾ।
ਸੰਤ ਸਰੂਪ ਧਾਰਨਾ, ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ, ਕਿਸੇ ਪਰਾਈ ਵਸਤੂ ਨੂੰ ਜ਼ਬਰਦਸਤੀ ਕਰਕੇ ਆਪਣੇ ਕਬਜ਼ੇ ਵਿੱਚ ਨਾ ਕਰਨਾ, ਆਪਣੇ ਨਸੀਬਾਂ ਉੱਪਰ ਰਹਿਣਾ, ਦੁੱਖ ਨੂੰ ਸੁੱਖ ਕਰਕੇ ਜਾਣਨਾ, ਕਿਸੇ ਇਨਸਾਨ ਜਾਂ ਜੀਵ ਨੂੰ ਦੁੱਖ ਨਹੀਂ ਦੇਣਾ, ਸਦਾ ਕਾਲ ਲਿਓ ਕੇ ਚੱਲਣਾ, ਪਰਮਾਤਮਾ ਦੇ ਉੱਤੇ ਭਰੋਸਾ ਰੱਖਣਾ, ਗੁਰਬਾਣੀ ਵਿੱਚ ਮਨਮਤ ਨਹੀਂ ਕਰਨੀ, ਸਵਾਸ ਸਵਾਸ ਪਰਮਾਤਮਾ ਨੂੰ ਯਾਦ ਰੱਖਣਾ, ਨਸਤਕਾਂ ਦੀ ਸੰਗਤ ਨਹੀਂ ਕਰਨੀ, ਆਸਤਕਾਂ ਦੇ ਨਾਲ ਮਿਲ ਕੇ ਰਹਿਣਾ, ਕਿਸੇ ਮਹਾਂਪੁਰਖ ਦੇ ਕਹੇ ਹੋਏ ਮੂਰਖ ਦੇ ਕਹੇ ਹੋਏ ਮੰਦੇ ਬਚਨ ਵੀ ਸਹਾਰ ਲੈਣੇ, ਕਿਸੇ ਪੁਰਸ਼ ਦੀ ਨਿੰਦਾ ਨਹੀਂ ਕਰਨੀ, ਸੰਤਾਂ ਮਹੰਤਾਂ ਦਾ ਪੂਰਾ ਸਤਿਕਾਰ ਕਰਨਾ, ਸੇਵਾ ਕਰਨੀ, ਕਿਸੇ ਨੂੰ ਕੌੜੇ ਬਚਨ ਨਹੀਂ ਕਹਿਣੇ, ਝੂਠ ਤੂਫਾਨ ਤੋਲਣ ਤੋਂ ਬਾਜ ਰਹਿਣਾ, ਚੋਰੀ ਯਾਰੀ ਠੱਗੀ ਧੋਖਾ ਛਲ ਮਕਰ ਫਰੇਬ ਪਖੰਡ ਨਹੀਂ ਕਰਨੇ, ਹਰ ਵਕਤ ਪਰਮਾਤਮਾ ਦੇ ਕੋਲੋਂ ਸਰਬੱਤ ਦਾ ਭਲਾ ਮੰਗਣਾ, ਤੇ ਜਿਹੜਾ ਆਪਣਾ ਬੁਰਾ ਮੰਗੇ ਉਹਦਾ ਵੀ ਭਲਾ ਮੰਗਣਾ, ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣਾ, ਜੇਤਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮੰਨਿਆ ਸੀ। ਚੰਦੂ ਦੁਸ਼ਟ ਨੇ ਮਾਵਾ ਪੂਰਨ ਸਤਿਗੁਰੂ ਜੀ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਕੇ ਬਹੁਤ ਦਿਖਾਇਆ। ਐਸੇ ਮੰਦੇ ਪੁਰਸ਼ ਨੂੰ ਵੀ ਗੁਰੂ ਜੀ ਨੇ ਬੁਰਾ ਨਹੀਂ ਕਿਹਾ, ਕਿਉਂਕਿ ਗੁਰੂ ਜੀ ਨੂੰ ਪਤਾ ਸੀ ਕਿ ਚੰਦੂ ਸਾਨੂੰ ਕੀ ਕਰ ਸਕਦਾ ਹੈ। ਇਹ ਤਾਂ ਇੱਕ ਕੁਦਰਤ ਦਾ ਖੇਲ ਹੈ, ਜਿਸ ਖੇਲ ਨੂੰ ਅਸੀਂ ਇੱਥੇ ਦੇਖਣ ਆਏ ਹਾਂ। ਸਤਿਗੁਰੂ ਜੀ ਨੂੰ ਇਸ ਗੱਲ ਦੀ ਪੂਰੀ ਖਬਰ ਸੀ ਕਿ ਦੁਨੀਆ ਦੀਆਂ ਅੱਖਾਂ ਦੇ ਅੱਗੇ ਗਿਆਨਤਾ ਦਾ ਪਰਦਾ ਪਿਆ ਹੋਇਆ ਹੈ। ਉਹਨਾਂ ਨੂੰ ਇਹ ਵੀ ਕੋਈ ਪਤਾ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ। ਚੰਦੂ ਸ਼ੈਤਾਨ ਇਹ ਕਲੀ ਦੇ ਸਮਾਨ ਹਰੀ ਜੀ ਦੇ ਆਪਣੇ ਨੂਰ ਨੂੰ ਤਵੀ ਉੱਪਰ ਸਾੜ ਕੇ ਆਪਣੇ ਹੇਠ ਸੇਜਾਂ ਵਿਛਾ ਰਿਹਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਸ਼ਾਂਤੀ ਸਰੂਪ ਅੰਮ੍ਰਿਤ ਦਾ ਸੋਮਾ ਸੀ, ਜਿਹਦਾ ਦਰਸ਼ਨ ਕਰਕੇ ਜੀਵ ਕੋਟ ਜਨਮਾਂ ਦੀ ਲੱਗੀ ਹੋਈ ਮੈਲ ਨੂੰ ਧੋ ਸਕਦਾ ਸੀ। ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦੇ ਵਿੱਚ ਅੱਗੇ ਜਾ ਕੇ ਬਹੁਤ ਵੱਡਾ ਮਾਣ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਇਸ ਰਚਨਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਗੁਰੂ ਦੀ ਧਰਮ ਮਰਿਆਦਾ ਨੂੰ ਸਿੱਖ ਕੇ ਇੱਥੇ ਪ੍ਰਕਾਸ਼ ਹੋਏ ਸਨ। ਉਹ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਲਾ ਸੀ। ਕੌਡੀਆਂ ਦੇ ਵਪਾਰੀ ਨੂੰ ਹੀਰਿਆਂ ਦੀ ਕੀ ਸਾਰ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਅਮੋਲਕ ਹੀਰਾ ਸੀ। ਪਰਮਾਤਮਾ ਦੀ ਆਪਣੀ ਜੋਤ ਵਿੱਚੋਂ ਇੱਕ ਜੋਤ ਸੀ। ਜਿੱਦ ਨਹੀਂ ਕਰਨੀ, ਕਿਸੇ ਚੋਰ ਯਾਰ ਦੀ ਹਾਮੀ ਨਹੀਂ ਭਰਨੀ, ਕਿਸੇ ਪਾਸੋਂ ਖੋ ਖਿੱਚ ਕੇ ਨਹੀਂ ਖਾਣਾ, ਕਿਸੇ ਆਪਣੇ ਵਰਗੇ ਮਾਨਸ ਜੀਵ ਦੇ ਨਾਲ ਨਫ਼ਰਤ ਘਿਰਨਾ ਨਹੀਂ ਕਰਨੀ, ਕਿਸੇ ਰਕਮ ਦਾ ਪੁੰਨ ਦਾਨ ਕਰਕੇ ਆਪਣੇ ਮਨ ਵਿੱਚ ਅਭਿਮਾਨ ਨਹੀਂ ਕਰਨਾ। ਅਭਿਮਾਨ ਕਰਨ ਦੇ ਨਾਲ ਪੁੰਨ ਦਾਨ ਕੀਤਾ ਹੋਇਆ ਨਿਸਫਲ ਚਲਾ ਜਾਂਦਾ ਹੈ। ਆਪਣੀ ਤਾਕਤ ਦਾ ਹੰਕਾਰ ਨਹੀਂ ਕਰਨਾ। ਉਸ ਮਾਲਕ ਦੇ ਕੋਲੋਂ ਪਲ ਪਲ ਡਰਨਾ। ਊਚ ਨੀਚ ਦੇ ਬੰਧਨ ਦੇ ਵਿੱਚ ਨਹੀਂ ਫਸਣਾ। ਊਚ ਨੀਚ ਨੂੰ ਮੰਨਣ ਵਾਲੇ ਲੋਕ ਪਰਮਾਤਮਾ ਦੀ ਨਜ਼ਰ ਦੇ ਵਿੱਚ ਇਸ ਤਰ੍ਹਾਂ ਗਿਰ ਜਾਂਦੇ ਹਨ, ਜਿਸ ਤਰ੍ਹਾਂ ਕਿਸੇ ਰੂਹੀ ਦੇ ਵਿੱਚ ਖੜੇ ਬਿਰਛ ਤੋਂ ਪੱਤਰ ਟੁੱਟ ਕੇ ਜ਼ਮੀਨ ਦੇ ਉੱਪਰ ਗਿਰ ਜਾਂਦਾ ਹੈ। ਕਿਉਂਕਿ ਊਚ ਨੀਚ ਇੱਕ ਕੂੜ ਕਬੜ ਦੀ ਕੰਧ ਖੜੀ ਕੀਤੀ ਹੋਈ ਹੈ। ਇਹਦੇ ਵਿੱਚ ਇੱਕ ਰਾਈ ਭਰ ਵੀ ਸੱਚ ਨਹੀਂ। ਆਪਣੇ ਆਂਢੀਆਂ ਗਵਾਂਢੀਆਂ ਦੇ ਨਾਲ ਪੂਰਾ ਪਿਆਰ ਕਰਨਾ, ਇੱਕ ਦੂਜੇ ਨੂੰ ਦੇਖ ਕੇ ਖੁਸ਼ੀ ਕਰਨੀ, ਸਤ ਬਚਨ ਦੀ ਇਹੀ ਪੂਰਨ ਮਰਿਆਦਾ ਕਹੀ ਗਈ ਹੈ, ਜੋ ਸੰਤਾਂ ਮਹੰਤਾਂ ਦੇ ਮਨ ਦਾ ਅਸਲੀ ਰਾਜ ਹੁੰਦਾ ਹੈ। ਤੇ ਜੋ ਸਦਾ ਕਾਲ ਵੈਰ ਤੋਂ ਨਿਰਵੈਰ ਹੁੰਦੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸੰਤਾਂ ਦੇ ਵਿੱਚ ਇਹ ਪੰਜ ਭੂਤ ਨਹੀਂ ਹੁੰਦੇ। ਤੇ ਸੰਤ ਜਨ ਹਉਮੈ ਤੋਂ ਬਹੁਤ ਦੂਰ ਰਹਿੰਦੇ ਹਨ। ਜੀਵ ਹਉਮੈ ਦੇ ਜਾਲ ਦੇ ਵਿੱਚ ਫਸ ਕੇ ਆਪਣੀ ਆਤਮਾ ਨੂੰ ਪਵਿੱਤਰ ਨਹੀਂ ਰੱਖ ਸਕਦਾ। ਹਉਮੈ ਦੇ ਜਾਲ ਦੇ ਵਿੱਚ ਫਸ ਕੇ ਜੀਵ ਪ੍ਰਭੂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਦੁਬਤਾ ਇੱਕ ਬਹੁਤ ਬੁਰੀ ਮੈਲ ਹੈ, ਜੋ ਜੀਵ ਦੇ ਨਾਲ ਜੀਵ ਦਾ ਵੈਰ ਪਾ ਦਿੰਦੀ ਹੈ। ਦੁਬਤਾ ਦਾ ਰਾਜ ਕੂੜ ਕਬੜ ਝੂਠ ਤੂਫਾਨ ਧੱਕੇਸ਼ਾਹੀ ਧੋਖਾਬਾਜ਼ੀ ਜਲ ਛਲ ਚਤਰ ਚਤਰਾਈ ਮਕਰ ਫਰੇਬ ਪਖੰਡ ਬਰਾਈ ਸਚਾਈ ਭਲਾਈ ਦਾ ਦੁਬਤਾ ਦੇ ਰਾਜ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਜਦੋਂ ਇਨਸਾਨ ਦੁਬਤਾ ਦੇ ਨਾਸਤਿਕ ਜਾਲ ਦੇ ਵਿੱਚ ਫਸ ਜਾਂਦਾ ਹੈ
ਤੇ ਉਹਦੇ ਮਨ ਦੇ ਵਿੱਚੋਂ ਸੱਚਾਈ ਭਲਾਈ